ਵਾਹਿਗੁਰੂ 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 ਗੁਰੂ ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰਾਂ ਨੇ ਗੁਰਬਾਣੀ ਗੁਰੂ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਸਮਝਾਉਂਦੇ ਕਿ ਇਸ ਸੰਸਾਰ ਦੇ ਵਿੱਚ ਜਿੱਥੇ ਅਸੀਂ ਆਏ ਹਾਂ, ਇਸ ਨੂੰ ਮਿਰਤ ਮੰਡਲ ਕਹਿੰਦੇ, ਇਹਨੂੰ ਕਾਲ ਦਾ ਦੇਸ਼ ਕਹਿੰਦੇ, ਇਹ ਵਿਚਾਰਾਂ ਦਾ ਫੁਰਨਿਆਂ ਦਾ ਦੇਸ਼। ਹੁਣ ਆਪਾਂ ਜਿਹੜੇ ਰਹਿਣ ਵਾਲੇ ਹਾਂ, ਆਪਾਂ ਰਹਿਣ ਵਾਲੇ ਹਾਂ ਪਰਲੋਕ ਦੇ, ਜਿਸ ਨੂੰ ਦਰਗਾਹ ਕਹਿੰਦੇ, ਆਬਚਲ ਨਗਰ ਬੇਗਮਪੁਰੇ ਸ਼ਹਿਰ ਦਾ ਨਾਮ ਦਿੱਤਾ। ਹੁਣ ਆਪਣਾ ਮਨ ਉੱਥੋਂ ਕੁਝ ਸਮੇਂ ਵਾਸਤੇ ਖੇਲਣ ਲਈ ਇਸ ਲੋਕ ਵਿੱਚ ਆਉਂਦਾ, ਫਿਰ ਅਸੀਂ ਇੱਧਰੋਂ ਵਾਪਸ ਜਾਣਾ ਆਪਦੇ ਦੇਸ਼। ਇੱਧਰ ਦਿੰਦੇ ਸਮੇਂ ਅਸੀਂ ਇਸੇ 10-12 ਜਾਂ ਜਿੰਨਾ ਵੀ 14 ਘੰਟੇ ਰਹਿੰਦੇ, ਮੁੜ ਕੇ ਅਸੀਂ ਆਪਦੇ ਦੇਸ਼ ਆਪਦੇ ਘਰ ਨੂੰ ਵਾਪਸ ਜਾਣਾ। ਇਹ ਰੋਜ਼ ਦੀ ਰੋਜ਼ ਦਾ ਖੇਲ ਹੈ।
ਰੋਜ਼ ਇਸ ਦੇਸ਼ ਵਿੱਚ ਆਉਣਾ ਤੇ ਇਸ ਨੂੰ ਛੱਡ ਕੇ ਮੁੜ ਕੇ ਆਪਦੇ ਘਰ ਆਪਦੇ ਦੇਸ਼ ਵਾਪਸ ਜਾਣਾ। ਹੁਣ ਆਵਾਂ ਨੂੰ ਫਿਰ ਸਮਝਾਉਂਦੇ, ਜੇ ਅਸੀਂ ਇਹ ਖੇਲ ਨੂੰ ਸਮਝ ਜਾਈਏ ਚੰਗੀ ਤਰ੍ਹਾਂ, ਜੇ ਸਾਨੂੰ ਭੇਤ ਆ ਜੇ ਵੀ ਅਸੀਂ ਇਸ ਲੋਕ ਦੇ ਵਾਸੀ ਨਹੀਂ, ਬਈ ਅਸੀਂ ਇੱਥੋਂ ਵਾਪਸ ਜਾਣਾ, ਫਿਰ ਅਸੀਂ ਇੱਧਰ ਮਾਇਆ ਦੇ ਨਾਲ ਇੰਨਾ ਨਹੀਂ ਵੱਜਦੇ ਵੀ ਅਸੀਂ ਇੱਥੋਂ ਵਾਪਸ ਜਾ ਹੀ ਨਾ ਸਕੀਏ। ਜੇ ਸਾਨੂੰ ਇਹ ਚੇਤੇ ਰਵੇ ਵੀ ਅਸੀਂ ਮਰਨਾ, ਵੀ ਅਸੀਂ ਇੱਥੋਂ ਜਾਣਾ ਹੈ, ਅਸੀਂ ਇੱਥੇ ਸਦਾ ਨਹੀਂ ਰਹਿਣਾ। ਮਹਾਰਾਜ ਇਸੇ ਪਰਥਾਏ ਫਰਮਾਉਂਦੇ, ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ, ਝੂਠੀ ਦੁਨੀਆ ਲਾਗਣ ਆਪ ਵੰਝਾਈਏ। ਜੇ ਸਾਡੇ ਮਨ ਨੂੰ ਇਹ ਸੋਝੀ ਹੋ ਜੇ, ਭੇਤ ਆ ਜੀ, ਜੇ ਇਹ ਗੱਲ ਨੂੰ ਸਮਝ ਲਵੇ, ਫਿਰ ਇੱਧਰ ਮਾਇਆ ਦੇ ਵਿੱਚ ਇੰਨਾ ਨਹੀਂ ਵੱਜਦਾ ਵੀ ਇੱਥੋਂ ਵਾਪਸ ਜਾ ਹੀ ਨਾ ਸਕੇ, ਇੰਨਾ ਮੋਹ ਨਹੀਂ ਪਾਉਂਦਾ, ਇੰਨਾ ਪਿਆਰ ਨਹੀਂ ਪਾਉਂਦਾ। ਇਹ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਇਹ ਤੋਂ ਉੱਪਰ ਉੱਠਿਆ ਰਹਿੰਦਾ, ਨਤਲੇਪ ਰਹਿੰਦਾ, ਵੀ ਇੰਨਾ ਨਹੀਂ ਖੁੱਬਦਾ ਇਹਦੇ ਵਿੱਚ ਵੀ ਵਾਪਸ ਜਾ ਹੀ ਨਾ ਸਕੇ। ਹੁਣ ਇਹ ਕਦੋਂ ਫਿਰ ਖੁੱਬਦਾ ਵਿੱਚ, ਜਦੋਂ ਇਹ ਭੁੱਲ ਜਾਂਦਾ, ਮਰਨਾ ਭੁੱਲ ਜਾਂਦਾ, ਜਦੋਂ ਇਹ ਆਪਦੇ ਘਰ ਆਪਦੇ ਦੇਸ਼ ਨੂੰ ਭੁੱਲ ਜਾਂਦਾ, ਫਿਰ ਇਹ ਸਮਝਦਾ ਵੀ ਮੈਂ ਕਿਹੜਾ ਇੱਥੋਂ ਜਾਣਾ। ਫਿਰ ਇਹ ਦੂਸਰਿਆਂ ਦੇ ਨਾਲ ਵੈਰ ਵਿਰੋਧ, ਈਰਖਾ, ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ। ਫਿਰ ਇਹ ਲੜਾਈਆਂ ਝਗੜੇ ਸ਼ੁਰੂ ਕਰ ਦਿੰਦਾ। ਫਿਰ ਇਹ ਹਉਮੈ ਹੰਕਾਰ ਦੇ ਵਿੱਚ ਇਸ ਲੋਕ ਦੇ ਵਿੱਚ ਚੱਲਦਾ ਹੈ ਬਈ ਇਹ ਮੇਰਾ ਹੀ ਦੇਸ਼ ਹੈ, ਮੈਂ ਕਿਹੜਾ ਇੱਥੋਂ ਜਾਣਾ ਕਿਸੇ ਪਾਸੇ, ਮੈਂ ਤਾਂ ਇੱਥੇ ਹੀ ਰਹਿਣਾ। ਸਤਿਗੁਰੂ ਫਿਰ ਸਾਨੂੰ ਸਮਝਾਉਂਦੇ ਬਈ ਅਸੀਂ ਇੱਥੇ ਰਹਿ ਨਹੀਂ ਸਕਦੇ। ਜੇ ਅਸੀਂ ਜ਼ਿਆਦਾ ਅਸੀਂ ਕਹੀਏ ਵੀ ਅਸੀਂ ਇੱਥੇ ਹੀ ਰਹਿਣਾ, ਜਾਣਾ ਨਹੀਂ, 2-4 ਦਿਨ ਜੀਵ ਆਪਦੇ ਘਰ ਨਾ ਜਾਵੇ, ਸੌਵੇਂ ਨਾ, ਤੇ ਇਸ ਲੋਕ ਦੇ ਜਿਹੜੇ ਨੁਮਾਇੰਦੇ ਨੇ ਉਹ ਉਹਦਾ ਪਾਗਲ ਕਰ ਦਿੰਦੇ ਜੀਵ ਵੀ ਤੁਸੀਂ ਇੱਥੇ ਰਹਿ ਨਹੀਂ ਸਕਦੇ, ਇੱਥੋਂ ਵਾਪਸ ਜਾਓ, ਛੱਡੋ ਇਹ ਘਰ ਨੂੰ। ਹੁਣ ਉਹ ਫਿਰ ਆਪਾਂ ਦੇਖਦੇ ਵੀ ਜੇ ਜੀਵ 2-4 ਦਿਨ ਨਾ ਸੌਵੇਂ ਤੇ ਉਹਦੀ ਕੀ ਹਾਲਤ ਹੋ ਜਾਂਦੀ। ਹੁਣ ਇਹ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਅਸੀਂ ਇਸ ਲੋਕ ਦੇ ਵਿੱਚ ਰਹਿ ਨਹੀਂ ਸਕਦੇ। ਸਿਰਫ ਇਹ ਖੇਲ ਹੈ ਵੀ ਸਵੇਰੇ ਆਏ, ਖੇਡੇ ਤੇ ਵਾਪਸ ਜਾਣ ਘਰ ਨੂੰ ਆਪਦੇ। ਇਹੋ ਖੇਲ ਸਾਨੂੰ ਰੋਜ਼ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ, ਦਿਵਸ ਰਾਤ ਦੁਇਤਾਈ ਦਾਇਆ ਖੇਲੇ ਸਗਲ ਜਗਤ। ਵੀ ਸਾਰਾ ਜਗਤ ਇਸੇ ਖੇਲ ਦੇ ਵਿੱਚ ਖੇਲ ਰਿਹਾ ਤੇ ਆਪਾਂ ਵੀ ਆ ਗਏ ਖੇਲਣ ਵਾਸਤੇ। ਹੁਣ ਜਦੋਂ ਅਸੀਂ ਖੇਲਣ ਵਾਸਤੇ ਆ ਤਾਂ ਗਏ, ਪਰ ਇੱਥੇ ਆ ਕੇ ਹੁਣ ਅਸੀਂ ਵਾਪਸ ਜਾਣ ਦਾ ਰਾਹ ਭੁੱਲ ਗਏ। ਜਿਹੜਾ ਰਸਤਾ ਸਾਡੇ ਘਰ ਨੂੰ ਜਾਂਦਾ ਸੀ ਅਸੀਂ ਉਹਨੂੰ ਭੁੱਲ ਗਏ। ਮਾਰੇ ਫਰਮਾਉਂਦੇ ਪੰਥਾ ਪ੍ਰੇਮ ਨ ਜਾਣੀ, ਭੁੱਲੀ ਫਿਰੇ ਗਵਾਰ। ਬਈ ਜਿਹੜਾ ਪੰਥ ਸਾਡੇ ਘਰ ਨੂੰ ਜਾਂਦਾ ਸੀ, ਪੰਥ ਕਹਿੰਦੇ ਰਾਹ ਨੂੰ, ਵੀ ਜਿਹੜਾ ਰਸਤਾ ਸੀ ਸਾਡੇ ਦੇਸ਼ ਨੂੰ ਵਾਪਸ ਜਾਣਾ ਸੀ, ਜਿਹੜੇ ਰਸਤੇ 'ਤੇ ਚੱਲ ਕੇ ਅਸੀਂ ਹੁਣ ਇੱਥੇ ਆ ਗਏ, ਅਸੀਂ ਉਹ ਰਾਹ ਹੀ ਭੁੱਲ ਗਏ, ਉਹ ਪੰਥ ਹੀ ਭੁੱਲ ਗਏ। ਫਿਰ ਅਸੀਂ ਆਪਦੀ ਮੱਤ ਦੁਆਰਾ ਜਿਹੜਾ ਰਸਤਾ ਅਖਤਿਆਰ ਕਰਦੇ ਹਾਂ ਉਹਨੂੰ ਕਹਿੰਦੇ ਧਾਤ ਦਾ ਰਸਤਾ, ਜਿਹਦੇ ਉੱਤੇ ਚੱਲਦੇ ਹੋਏ
ਫਿਰ ਜੀਵ ਦੇ ਅੰਦਰ ਵੈਰ ਵਿਰੋਧ ਆ ਜਾਂਦਾ। ਜਿਹਦੇ ਅੰਦਰ ਚੱਲਦੇ ਹੋਏ ਰਸਤੇ ਤੇ ਫਿਰ ਜੀਵ ਦੇ ਅੰਦਰ ਈਰਖਾ, ਨਫ਼ਰਤ ਆਉਂਦੀ, ਹਉਮੈ, ਹੰਕਾਰ ਆਉਂਦਾ। ਇਹ ਰਸਤੇ ਤੇ ਫਿਰ ਚੱਲਦਾ ਹੋਇਆ ਜੀਵ ਕੀ ਕਰਦਾ ਹੈ? ਮਹਾਰਾਜ ਦੱਸਦੇ ਵੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਵਿਕਾਰ, ਮਹਾ ਲੋਭ ਧਰੋ, ਇਹ ਆਹੂ ਜਗਤ ਬਿਹਾਨੇ ਕਈ ਜਨਮ। ਬਈ ਜਦੋਂ ਇਹ ਇਸ ਰਸਤੇ ਤੇ ਚੱਲਦਾ ਫਿਰ ਇਹ ਆਹ ਚੀਜ਼ਾਂ ਕਰਦਾ, ਫਿਰ ਇਹ ਵੈਰ ਵਿਰੋਧ ਕਰਦਾ। ਹੁਣ ਐਸੀ ਅਵਸਥਾ ਦੇ ਵਿੱਚ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਜੇ ਅਸੀਂ ਇਸੇ ਵੈਰ ਵਿਰੋਧ ਵਾਲੇ ਰਾਹ ਦੇ ਉੱਤੇ ਚੱਲਦੇ ਰਹੇ ਤੇ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਜਾਵਾਂਗੇ। ਇਹ ਰਸਤੇ ਦੇ ਉੱਤੇ ਚੋਰ ਪੈਂਦੇ ਨੇ, ਇਹਦੇ ਤੇ ਲਟੇਰੇ ਰਹਿੰਦੇ ਨੇ, ਇਹਦੇ ਤੇ ਠੱਗ ਨੇ, ਸਾਨੂੰ ਠੱਗ ਲੈਂਦੇ ਨੇ। ਸੰਤ ਜਨ ਫਿਰ ਸਾਨੂੰ ਇਹਨਾਂ ਦੋਵਾਂ ਰਾਹਾਂ ਦਾ ਭੇਤ ਦਿੰਦੇ। ਉਹ ਸਾਨੂੰ ਦੱਸਦੇ ਵੀ ਜਿਹੜੇ ਰਾਹ 'ਤੇ ਚੱਲਦੇ ਹੋਏ ਅਸੀਂ ਲੁੱਟੇ ਜਾਣਾ, ਵੀ ਤੁਸੀਂ ਇਹ ਰਸਤਾ ਹੀ ਛੱਡ ਦਿਓ। ਮਹਾਰਾਜ ਫਰਮਾਉਂਦੇ ਜੈ ਪੈਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤ ਅੰਦਰ ਆਰੀ। ਬਈ ਜਿਹੜੇ ਪੈਂਡੇ 'ਤੇ ਚੱਲਦੇ ਹੋਏ ਅਸੀਂ ਲੁੱਟੇ ਜਾ ਰਹੇ ਸੀ, ਦੁਖੀ ਹੋ ਰਹੇ ਸੀ, ਅਸੀਂ ਜੀਵਨ ਦੀ ਬਾਜੀ ਨੂੰ ਹਾਰ ਰਹੇ ਸੀ, ਸੰਤ ਜਨ ਉਹ ਰਾਹ ਹੀ ਬੰਦ ਕਰ ਦਿੰਦੇ ਵੀ ਆਹ ਰਾਹ 'ਤੇ ਨਹੀਂ ਜਾਣਾ। ਉਹ ਸਾਨੂੰ ਸੰਤ ਮਾਰਗ 'ਤੇ ਤੋਰ ਦਿੰਦੇ, ਉਹ ਸਾਨੂੰ ਲਿਖਦੇ ਰਸਤੇ 'ਤੇ ਤੋਰਦੇ। ਜਦੋਂ ਫਿਰ ਅਸੀਂ ਇਹ ਸੰਤ ਮਾਰਗ ਦੇ ਉੱਤੇ ਚੱਲਦੇ, ਉਦੋਂ ਫਿਰ ਸਾਨੂੰ ਕਹਿੰਦੇ ਨੇ ਵੀ ਇਹ ਵੱਡੇ ਭਾਗਾਂ ਵਾਲੇ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਬੜ ਭਾਗੀ ਪਾਈ। ਬਈ ਕੋਈ ਵੱਡੇ ਭਾਗਾਂ ਵਾਲੇ ਗੁਰਮੁਖ ਜਿਹੜੇ ਰਾਹ ਦੇ ਉੱਤੇ ਚੱਲਦੇ, ਲਿਖਦੇ ਰਸਤੇ ਦੇ ਉੱਤੇ, ਉਹ ਫਿਰ ਸਤਿਗੁਰੂ ਕਹਿੰਦੇ ਵੱਡ ਭਾਗੀ ਨੇ, ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਸੰਤ ਮਾਰਗ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ। ਜੇ ਅਸੀਂ ਇਹ ਮਾਰਗ ਦੇ ਉੱਤੇ ਚੱਲਾਂਗੇ ਤੇ ਅਸੀਂ ਪਹੁੰਚ ਵੀ ਜਾਵਾਂਗੇ ਆਪਣੇ ਘਰ ਮਾਲਕ ਤੱਕ। ਜੇ ਹੁਣ ਸਾਡਾ ਰਸਤਾ ਹੀ ਬਦਲ ਗਿਆ ਫਿਰ ਅਸੀਂ ਮਾਲਕ ਤੋਂ ਹੋਰ ਦੂਰ ਚਲੇ ਜਾਵਾਂਗੇ, ਫਿਰ ਅਸੀਂ ਆਕਾਰਾਂ ਦੇ ਵਿੱਚ ਮੁੜ ਜਾਵਾਂਗੇ ਵਾਪਸ। ਜੇ ਹੁਣ ਇੱਕ ਵਾਰ ਇੱਥੋਂ ਜੀਵ ਮਾਨਸ ਜਾਮੇ ਤੋਂ ਵਾਪਸ ਮੁੜਿਆ, ਫਿਰ ਪਤਾ ਨਹੀਂ ਕਿੰਨੇ ਕੁ ਯੁੱਗ ਲੰਘ ਜਾਂਦੇ ਦੁਬਾਰਾ ਇਹ ਮਾਨਸ ਜਾਮੇ ਤੱਕ ਪਹੁੰਚਣ ਵਾਸਤੇ। ਇਹ 84 ਲੱਖ ਜੂਨ ਇਹ ਪੌੜੀ ਹੈ। ਇੱਕ ਇੱਕ ਸਟੈਪ, ਇੱਕ ਇੱਕ ਟੰਬਾ ਚੜ੍ਹਦੇ 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 ਅਸੀਂ ਇਹ 84 ਲੱਖ ਜੂਨ ਤੋਂ ਉੱਪਰ, ਸਭ ਤੋਂ ਉੱਪਰਲੇ 'ਤੇ ਆ ਗਏ। ਜੇ ਤਾਂ ਹੁਣ ਅਸੀਂ ਸੰਤ ਮਾਰਗ 'ਤੇ ਚੱਲਾਂਗੇ ਤੇ ਅਸੀਂ ਮਾਲਕ ਨਾਲ ਮਿਲਾਪ ਕਰ ਲਾਂਗੇ, ਅਸੀਂ ਸਦਾ ਵਾਸਤੇ ਅਮਰ ਹੋ ਜਾਵਾਂਗੇ। ਜੇ ਹੁਣ ਅਸੀਂ ਇਹ ਉੱਪਰਲੇ ਟੰਬੇ ਤੋਂ ਥੱਲੇ ਨੂੰ ਡਿੱਗੇ ਤੇ ਫਿਰ ਅਸੀਂ ਕਿਤੇ ਰੁਕ ਨਹੀਂ ਪਾਵਾਂਗੇ। ਇੱਕ ਵਾਰ ਉੱਪਰੋਂ ਥੁੜਕਿਆ ਹੋਇਆ ਜੀਵ ਸਿੱਧਾ ਹੀ ਫਿਰ ਉਹ ਥੱਲੇ ਡਿੱਗਦਾ। ਤਾਈਆਂ ਮਹਾਰਾਜ ਸਮਝਾਉਂਦੇ, ਕਹਿੰਦੇ 184 ਜੂਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੇ, ਸਵਾਈ ਜਾਏ ਦੁੱਖ ਪਾਇੰਦਾ। ਸਤਿਗੁਰੂ ਕਹਿੰਦੇ ਵੀ ਜੇ ਅਸੀਂ ਹੁਣ ਇਹਦੇ ਤੋਂ ਇੱਧਰ ਉੱਧਰ ਧਿਆਨ ਕੀਤਾ, ਸਿੱਧਾ ਹੀ ਅਸੀਂ ਥੱਲੇ ਡਿੱਗਾਂਗੇ। ਇੱਥੋਂ ਛੁੱਟ ਕੇ ਠੌਰ ਨਾ ਪਾਏ ਵੀ ਇੱਥੋਂ ਜੇ ਅਸੀਂ ਹੁਣ ਥੱਲੇ ਨੂੰ ਡਿੱਗੇ ਤੇ ਫਿਰ ਅਸੀਂ ਰੁਕ ਨਹੀਂ ਪਾਵਾਂਗੇ, ਸਿੱਧਾ ਹੀ ਥੱਲੇ ਆਵਾਂਗੇ। ਫਿਰ ਥੱਲੇ ਆਏ ਹੋਏ ਫਿਰ ਪਤਾ ਨਹੀਂ ਕਿੰਨੇ ਕੁ ਜਨਮ, ਕਿੰਨੇ ਕੁ ਯੁੱਗ ਲੰਘ ਜਾਣ।
ਜਿਵੇਂ ਹੁਣ ਸਾਨੂੰ ਸਤਿਗੁਰੂ ਸਮਝਾਉਂਦੇ ਵੀ ਇਹ ਮਾਨਸ ਜਾਮਾ ਜਿਹੜਾ ਸਾਨੂੰ ਮਿਲਿਆ ਹੈ, ਇਹ ਬੜੇ ਯੁੱਗਾਂ ਬਾਅਦ, ਬੜੇ ਲੰਮੇ ਸਮੇਂ ਬਾਅਦ ਸਾਨੂੰ ਪ੍ਰਾਪਤ ਹੋਏ। ਸਤਿਗੁਰੂ ਫਰਮਾਉਂਦੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਬਈ ਇੰਨੇ ਯੁੱਗ ਅਸੀਂ ਪਹਿਲਾਂ ਹਾਰਦੇ ਰਹੇ ਖੇਲ ਨੂੰ, ਹੋਰਾਂ ਕਾਰਾਂ ਦੇ ਵਿੱਚ ਅਸੀਂ ਚੱਲਦੇ ਰਹੇ ਤੇ ਹਾਰਦੇ ਰਹੇ। ਹੁਣ ਸਾਨੂੰ ਮਾਨਸ ਜਾਮਾ ਮਿਲਿਆ ਤੇ ਸਾਨੂੰ ਇਹ ਖੇਲ ਸਮਝਾ ਕੇ ਸਾਨੂੰ ਕਹਿੰਦੇ ਵੀ ਹੁਣ ਤੁਸੀਂ ਜਿੱਤੋ। ਹੁਣ ਤੁਸੀਂ ਇਹ ਖੇਲ ਨੂੰ ਸਮਝ ਕੇ ਤੁਸੀਂ ਜਿੱਤ ਕੇ ਘਰ ਵਾਪਸ ਆਓ। ਹੁਣ ਸਤਿਗੁਰੂ ਕਹਿੰਦੇ ਵੀ ਜੇ ਅਸੀਂ ਸੰਤ ਮਾਰਗ ਦੇ ਉੱਤੇ ਚੱਲਾਂਗੇ, ਜੇ ਅਸੀਂ ਸਿਮਰਨ ਅਭਿਆਸ ਕਰਾਂਗੇ, ਸਤ ਸੰਗਤ ਕਰਾਂਗੇ, ਤੇ ਫਿਰ ਅਸੀਂ ਇੱਥੋਂ ਜਿੱਤ ਕੇ ਹੀ ਜਾਵਾਂਗੇ। ਮਾਰੇ ਫਰਮਾਉਂਦੇ, ਕਹੋ ਨਾਨਕ ਜੋ ਨਰ ਖੇਲੇ ਜਿਣ ਬਾਜੀ ਘਰ ਆਇਆ। ਵੀ ਜਿਹੜਾ ਇੱਥੇ ਆ ਕੇ ਖੇਲੇਗਾ, ਜਿਹੜਾ ਇੱਥੇ ਸਿਮਰਨ ਕਰੇਗਾ, ਮਹਾਰਾਜ ਕਹਿੰਦੇ ਉਹ ਜਿੱਤ ਕੇ ਹੀ ਜਾਏਗਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜਾ ਸਾਨੂੰ ਹੁਣ ਜੀਵਨ ਮਿਲਿਆ ਵੀ ਇਹਨੂੰ ਮਾਮੂਲੀ ਨਾ ਸਮਝੋ, ਇਹ ਬੜਾ ਵਡਮੁੱਲਾ, ਬੜਾ ਕੀਮਤੀ ਹੈ, ਇਹ ਅਮੁੱਲ ਹੈ। ਇਹਨੂੰ ਰਤਨ ਕਹਿੰਦੇ, ਇਹਨੂੰ ਪਦਾਰਥ ਕਹਿੰਦੇ। ਸਤਿਗੁਰੂ ਸਾਨੂੰ ਫਿਰ ਸਮਝਾਉਂਦੇ ਵੀ ਹੁਣ ਇਹ ਸਾਨੂੰ ਰਤਨ ਦੇ ਰੂਪ ਦੇ ਵਿੱਚ ਇਹ ਮਾਨਸ ਜਾਮਾ ਮਿਲਤਾ ਗਿਆ ਹੈ। ਵੀ ਇਹਦੇ ਵਿੱਚ ਤੁਸੀਂ ਰਹਿੰਦੇ ਹੋਏ ਹੁਣ ਗੋਬਿੰਦ ਦੇ, ਵਾਹਿਗੁਰੂ ਦੇ ਗੁਣ ਗਾਵੋ, ਤੁਸੀਂ ਉਹਦਾ ਸਿਮਰਨ ਕਰੋ। ਜਿਹੜੇ ਜੀਵਨ ਸਿਮਰਨ ਨਹੀਂ ਕਰਦੇ, ਉਹ ਕਹਿੰਦੇ ਤੁਸੀਂ ਜੀਵਨ ਵਿਅਰਥ ਗਵਾ ਰਹੇ ਹੋ ਆਪਣਾ। ਮਹਾਰਾਜ ਫਰਮਾਉਂਦੇ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਬਈ ਇਹ ਜਿਹੜਾ ਮਾਨਸ ਜਾਮਾ ਮਿਲਿਆ, ਸਤਿਗੁਰੂ ਕਹਿੰਦੇ ਅਮੁੱਲ, ਵੀ ਜਿਹਦਾ ਕੋਈ ਮੁੱਲ ਹੀ ਨਹੀਂ ਹੈ। ਬਈ ਹੁਣ ਤੁਸੀਂ ਇਹਨੂੰ ਵਿਅਰਥ ਕਿਉਂ ਗਵਾਉਂਦੇ? ਇਹਦੇ ਵਿੱਚ ਰਹਿੰਦੇ ਹੋਏ ਤੁਸੀਂ ਮਾਲਕ ਦੇ ਗੁਣ ਗਾਵੋ, ਤੁਸੀਂ ਉਹਦੀ ਭਗਤੀ ਕਰੋ। ਹੁਣ ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ, ਉਹਨੂੰ ਇਹ ਮਾਨਸ ਜਾਮੇ ਦੀ ਕਦਰ ਨਹੀਂ ਹੈ, ਉਹਨੂੰ ਭੇਤ ਨਹੀਂ ਹੈ। ਜਿਵੇਂ ਕੋਈ ਜੀਵ ਦੇ ਪਾਸ ਹੀਰਾ ਹੋਵੇ ਤੇ ਉਹਨੂੰ ਹੀਰੇ ਦੀ ਪਰਖ ਨਾ ਹੋਵੇ, ਤੇ ਉਹਦੇ ਭਾਵੇਂ ਕੱਚ ਹੀ ਹੈ, ਕਿਉਂਕਿ ਉਹਨੂੰ ਜਦੋਂ ਪਰਖ ਹੀ ਨਹੀਂ, ਉਹਨੂੰ ਭੇਤ ਹੀ ਨਹੀਂ। ਹੁਣ ਇਸੇ ਤਰ੍ਹਾਂ ਹੀ ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਫਿਰ ਸਤਿਗੁਰੂ ਸਾਨੂੰ ਪਾਰਖੂ ਬਣਾਉਂਦੇ, ਫਿਰ ਸਾਨੂੰ ਭੇਤ ਦਿੰਦੇ ਵੀ ਇਹ ਜਿਹੜਾ ਮਾਨਸ ਜਾਮਾ ਹੈ, ਵੀ ਇਹਨੂੰ ਮਾਮੂਲੀ ਨਾ ਸਮਝੋ। ਇਹ ਇੱਕੋ ਵਾਰੀ ਮਿਲਦਾ, ਵਾਰ-ਵਾਰ ਮਿਲਦਾ ਨਹੀਂ ਹੈ। ਮਹਾਰਾਜ ਉਦਾਹਰਨ ਦਿੰਦੇ ਵੀ ਜਿਵੇਂ ਇੱਕ ਦਰਖਤ ਹੈ, ਉਹਨੂੰ ਫਲ ਲੱਗਦਾ ਤੇ ਫਲ ਟਾਹਣੀ ਨਾਲੋਂ ਟੁੱਟ ਕੇ ਥੱਲੇ ਡਿੱਗ ਪਏ। ਹੁਣ ਆਪਾਂ ਲੱਖਾਂ ਯਤਨ ਕਰ ਲਈਏ, ਦੁਬਾਰਾ ਨਾਲ ਜੁੜਦਾ ਨਹੀਂ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਇਹ ਮਾਨਸ ਜਾਮਾ ਜਿਹੜਾ ਇਹ ਦੁਰਲੱਭ ਹੈ। ਦੁਰਲੱਭ ਹੁੰਦਾ ਵੀ ਬੜਾ ਔਖਾ ਮਿਲਦਾ। ਮਹਾਰਾਜ ਫਰਮਾਉਂਦੇ, ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੇ, ਬੌਰ ਨਾ ਲਾਗੇ ਡਾਰ। ਬਈ ਜਿਸੇ ਤਰ੍ਹਾਂ ਉਹ ਨਾਲ ਫਲ ਦੁਬਾਰਾ ਨਹੀਂ ਜੁੜਦਾ, ਇਸੇ ਤਰ੍ਹਾਂ ਹੀ ਇੱਕ ਵਾਰ ਸਾਡੇ ਹੱਥੋਂ ਇਹ ਮਾਨਸ ਜਾਮਾ ਨਿਕਲੇ, ਇਹ ਸਾਨੂੰ ਦੁਬਾਰਾ ਮਿਲਣਾ ਨਹੀਂ ਹੈ। ਫਿਰ ਸੋ ਤਾਂ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਬੜਾ ਔਖਾ, ਬੜਾ ਦੁਰਲੱਭ ਮਿਲੇ। ਬਈ ਹੁਣ ਬੇਨਤੀਆਂ ਤਾਂ ਸਾਨੂੰ ਕਰਨੀਆਂ ਚਾਹੀਦੀਆਂ, ਉਲਟਾ ਸਾਨੂੰ ਗੁਰਮੁਖ ਬੇਨਤੀਆਂ ਕਰਦੇ, ਗੁਰੂ ਸਾਹਿਬ ਸਾਨੂੰ ਬੇਨਤੀਆਂ ਕਰਦੇ ਬਈ ਹੁਣ ਇਹ ਤੁਹਾਨੂੰ ਮਾਨਸ ਜਾਮਾ ਮਿਲਿਆ, ਹੁਣ ਤੁਸੀਂ ਇਹਦੇ ਵਿੱਚ
ਟਹਿਲ ਕਰ ਸਕਦੇ ਹੋ ਸੰਤਾਂ ਦੀ, ਤੁਸੀਂ ਸੇਵਾ ਕਰ ਸਕਦੇ ਹੋ, ਤੁਸੀਂ ਸਾਧੂਆਂ ਦੀ, ਗੁਰਮੁਖਾਂ ਦੀ ਟਹਿਲ ਕਮਾ ਸਕਦੇ ਹੋ, ਤੁਸੀਂ ਗੁਰੂ ਦੀ ਕਮਾ ਸਕਦੇ ਹੋ, ਸਤਿਗੁਰੂ ਦੀ ਕਮਾ ਸਕਦੇ ਹੋ। ਵੀ ਇਹ ਹੌਣੀ ਮੌਕਾ, ਹੌਣੀ ਵੇਲਾ ਸਾਨੂੰ ਮਿਲੇ। ਇਸ ਲਈ ਫਰਮਾਉਂਦੇ, ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਵਸਣ ਸਹੇਲਾ। ਵੀ ਜੇ ਹੁਣ ਅਸੀਂ ਇੱਥੇ ਟਹਿਲ ਕਮਾਵਾਂਗੇ ਤੇ ਸਾਡਾ ਅੱਗਾ ਸਹੇਲਾ ਹੋ ਜਾਏਗਾ, ਅਸੀਂ ਇੱਥੇ ਵੀ ਸੁਖੀ ਹੋ ਜਾਣਾ ਤੇ ਸਾਡਾ ਅੱਗੇ ਅੱਲਾ ਵੀ ਸਾਡਾ ਸਵਾਰਿਆ ਜਾਣਾ। ਲੋਕ ਸੁਖੀਏ ਪਰ ਲੋਕ ਸਹੇਲੇ, ਵੀ ਸਾਡਾ ਇਹ ਲੋਕ ਵੀ ਸੁਖੀ ਤੇ ਪਰਲੋਕ ਵੀ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਗੁਰੂ ਦੀ ਮੱਤ ਲਵਾਂਗੇ, ਸਤਿਗੁਰੂ ਆਪਣੇ ਸਿੱਖ ਦਾ ਇਹ ਦੋਵੇਂ ਸਵਾਰ ਦਿੰਦਾ ਹੈ, ਹਲਤ ਇਹ ਲੋਕ ਵੀ ਤੇ ਪਲਤ ਪਰਲੋਕ ਵੀ। ਮਹਾਰਾਜ ਤਾਈਓ ਫਰਮਾਉਂਦੇ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੇ। ਬਈ ਸਤਿਗੁਰ ਨੂੰ ਜਦੋਂ ਅਸੀਂ ਆਪਣਾ ਆਪਾ ਸਮਰਪਣ ਕਰਦੇ ਹਾਂ, ਜਦੋਂ ਅਸੀਂ ਮਾਲਕ ਦੇ ਅੱਗੇ ਆਪਣਾ ਆਪਾ ਸਮਰਪਣ ਕਰਦੇ ਹਾਂਗੇ ਤੇ ਸਤਿਗੁਰੂ ਸਾਡਾ ਦੋਵੇਂ ਸਵਾਰਦੇ। ਹੁਣ ਇਹ ਆਪਾ ਸਮਰਪਣ ਹੈ ਜਿਹੜਾ, ਇਹ ਗੱਲਾਂ ਬਾਤਾਂ ਨਾਲ ਨਹੀਂ ਹੁੰਦਾ। ਇਹ ਆਪਾ ਸਮਰਪਣ ਇੱਦਾਂ ਨਹੀਂ ਹੁੰਦਾ ਜਿਵੇਂ ਜੀਵ ਦਾ ਪਹਿਲਾਂ ਹੀ ਸ਼ਰਤ ਰੱਖ ਲੈਂਦੇ, ਬਈ ਜੇ ਮੈਂ ਸਿਮਰਨ ਕਰਾਂਗਾ ਤਾਂ ਉਹਦੇ ਬਦਲੇ ਮੈਨੂੰ ਕੀ ਮਿਲੇਗਾ, ਜੇ ਮੈਂ ਗੁਰੂ ਘਰ ਜਾਵਾਂਗਾ ਤਾਂ ਉਹਦੇ ਬਦਲੇ ਮੈਨੂੰ ਕੀ ਮਿਲੇਗਾ। ਇਹ ਤਾਂ ਸਾਡੀ ਪਹਿਲਾਂ ਹੀ ਸ਼ਰਤਾਂ ਹੋ ਗਈਆਂ ਤੇ ਇਹ ਆਪਾ ਸਮਰਪਣ ਥੋੜ੍ਹੀ ਹੈ। ਆਪਾ ਸਮਰਪਣ ਦਾ ਭਾਵ ਹੁੰਦਾ ਹੈ ਬਈ ਜੋ ਹੈ ਮਾਲਕ ਦਾ, ਸਭ ਕੁਛ ਮਾਲਕ ਦਾ ਹੀ, ਅਸੀਂ ਆਪਣਾ ਆਪਾ ਹੀ ਉਹਨੂੰ ਦੇ ਦਿੱਤਾ। ਜਦੋਂ ਅਸੀਂ ਆਪਾ ਸਮਰਪਣ ਹੀ ਕਰ ਦਿੱਤਾ ਤੇ ਫਿਰ ਅਸੀਂ ਇਹ ਥੋੜ੍ਹੀ ਹਿਸਾਬ ਕਿਤਾਬ ਰੱਖਾਂਗੇ ਵੀ ਸਾਨੂੰ ਕੀ ਮਿਲਦਾ ਜਾਂ ਸਾਨੂੰ ਕੀ ਲਾਭ ਹੋਣਾ ਜਾਂ ਸਾਨੂੰ ਕੀ ਹਾਨੀ ਹੋਣੀ। ਫਿਰ ਤਾਂ ਜਿਹੜੀ ਲਾਭ ਹਾਨੀ, ਜਿਹਨੂੰ ਅਸੀਂ ਆਪਾ ਸਮਰਪਣ ਕੀਤਾ ਉਹਦਾ ਫਿਕਰ ਵੀ ਉਹਨੂੰ ਹੀ ਹੈ, ਮਾਲਕ। ਫਿਰ ਤਾਂ ਸਾਰਾ ਉਹਨੂੰ ਹੀ ਫਿਕਰ ਹੈ, ਗੁਰੂ ਨੂੰ ਫਿਕਰ ਹੈ, ਜਿਹਨੂੰ ਅਸੀਂ ਆਪਣਾ ਆਪਾ ਸਮਰਪਣ ਕਰ ਦਿੱਤਾ। ਸੋ ਇਸ ਵਾਸਤੇ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਜਿਹੜਾ ਇਹ ਖੇਲ ਹੈ, ਇਹ ਸਾਰਾ ਖੇਲ ਹੈ ਭਰੋਸੇ ਦਾ। ਬਈ ਜੇ ਸਾਨੂੰ ਮਾਲਕ 'ਤੇ ਭਰੋਸਾ ਹੈ ਤੇ ਫਿਰ ਅਸੀਂ ਉਹਨੂੰ ਆਪਣਾ ਆਪਾ ਸਮਰਪਣ ਕਰਦੇ ਹਾਂ। ਜੇ ਸਾਨੂੰ ਭਰੋਸਾ ਹੀ ਨਹੀਂ ਫਿਰ ਅਸੀਂ ਆਪਣਾ ਆਪਾ ਸਮਰਪਣ ਕਰਾਂਗੇ ਨਹੀਂ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜਿਹੜੇ ਹਰੀ ਦੇ ਜਨ ਨੇ, ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਮਾਲਕ 'ਤੇ ਭਰੋਸਾ ਹੈ। ਫਰਮਾਉਂਦੇ, ਰਾਮ ਜਨਾਂ ਕੋ ਰਾਮ ਭਰੋਸਾ, ਨਾਮ ਜਪਤ ਮਿਟਿਓ ਸਗਲ ਅੰਦੇਸਾ। ਵੀ ਉਹਨਾਂ ਨੂੰ ਮਾਲਕ 'ਤੇ ਭਰੋਸਾ ਹੈ ਤੇ ਉਹਨਾਂ ਦੇ ਸਾਰੇ ਅੰਦੇਸੇ, ਉਹਨਾਂ ਦੇ ਸਹਿੰਸੇ, ਫਿਕਰ, ਚਿੰਤਾਵਾਂ ਸਾਰੀਆਂ ਖਤਮ ਹੋ ਗਈ, ਕਿਉਂਕਿ ਉਹਨਾਂ ਦਾ ਫਿਕਰ ਮਾਲਕ ਨੂੰ। ਜਿਵੇਂ ਹੁਣ ਇੱਕ ਨੌਕਰ ਹੁੰਦਾ ਹੈ, ਜਿਹੜਾ ਨੌਕਰ ਆਪਣਾ ਆਪਾ ਸਮਰਪਣ ਕਰ ਦਿੰਦਾ ਮਾਲਕ ਤੇ ਫਿਰ ਉਹਦਾ ਸਾਰਾ ਫਿਕਰ ਮਾਲਕ ਨੂੰ। ਨੌਕਰ ਨੂੰ ਕੋਈ ਫਿਕਰ ਨਹੀਂ ਹੁੰਦਾ। ਨੌਕਰ ਦਾ ਕੰਮ ਹੈ ਉਹਨੇ ਮਾਲਕ ਦੀ ਸੇਵਾ ਕਰਨੀ ਤੇ ਅੱਗੇ ਕੀ ਦੇਣਾ ਨੌਕਰ ਨੂੰ, ਉਹ ਮਾਲਕ ਦੀ ਇੱਛਾ ਸੀ। ਜਿਹੜਾ ਨੌਕਰ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਕਰਦਾ ਹੈ ਤੇ ਮਾਲਕ ਫਿਰ ਉਹ ਕਿਸੇ ਕਿਸਮ ਦੀ ਸਾਨੂੰ ਕੋਈ ਤੋਟ ਨਹੀਂ ਆਉਣ ਦਿੰਦਾ, ਕਿਉਂਕਿ ਉਹਨੂੰ ਪਤਾ ਹੈ ਵੀ ਇਹ ਮੇਰਾ ਨੌਕਰ ਹੈ, ਮੇਰਾ ਚਾਕਰ। ਤੇ ਮਹਾਰਾਜ ਕਹਿੰਦੇ ਵੀ ਚਾਕਰ ਕੌਣ ਹੈ?
ਜਿਹੜਾ ਫਿਰ ਸਹਿਜ ਦੇ ਵਿੱਚ ਰਹਿੰਦਾ। ਚਾਕਰ ਤੇਰਾ ਸੋਈ ਜੋ ਸਹਿਜ ਰਿਹਾ ਸਮਾਈ। ਜਿਹੜਾ ਸਹਿਜ ਦੇ ਵਿੱਚ, ਜਿਹਨੂੰ ਇਹ ਸੰਸਾਰ ਦਾ ਮਾਣ ਅਪਮਾਨ ਨਹੀਂ ਲੱਗਦਾ। ਜੇ ਕੋਈ ਮਾਣ ਦਿੰਦਾ ਹੈ ਤਾਂ ਵੀ ਸਤ ਵਚਨ, ਜੇ ਕੋਈ ਅਪਮਾਨ ਕਰਦਾ ਤਾਂ ਵੀ ਠੀਕ। ਜੇ ਹੁਣ ਮਾਣ ਅਪਮਾਨ ਦੇ ਵਿੱਚ ਪਿਆ ਹੈ, ਉਹਨੂੰ ਮਹਾਰਾਜ ਕਹਿੰਦੇ ਵੀ ਇਹ ਸੇਵਕ ਨਹੀਂ ਹੋ ਸਕਦਾ। ਮਾਣ ਅਪਮਾਨ ਮੱਧੇ ਸੋ ਸੇਵਕ ਨਹੀਂ। ਬਈ ਜਿਹਨੂੰ ਮਾਣ ਵੀ ਲੱਗਦਾ ਤੇ ਅਪਮਾਨ ਵੀ ਲੱਗਦਾ। ਵੀ ਆ ਤਾਂ ਮੇਰਾ ਇਹਨਾਂ ਨੇ ਅਪਮਾਨ ਕਰਤਾ, ਜੀ ਤਾਂ ਮੇਰੀ ਬੇਇੱਜ਼ਤੀ ਕਰਤੀ, ਉਹ ਕਾਹਦਾ ਸੇਵਕ। ਜਾਂ ਜਿਹਨੂੰ ਮਾਣ ਆ ਗਿਆ, ਜਿਹਦੇ ਅੰਦਰ ਹੰਕਾਰ ਆ ਗਿਆ ਵੀ ਮੈਂ ਬੜਾ ਸੇਵਕ ਹਾਂ ਜੀ, ਮੈਂ ਬੜਾ ਸਿਮਰਨ ਕਰਦਾ, ਮੈਂ ਬੜੀ ਭਗਤੀ ਕਰਦਾ, ਮਹਾਰਾਜ ਕਹਿੰਦੇ ਉਹ ਵੀ ਨਹੀਂ ਸੇਵਕ ਹੋ ਸਕਦਾ। ਸੇਵਕ ਫਿਰ ਕਹਿੰਦੇ ਵੀ ਜਿਹੜਾ ਸਹਿਜ ਦੇ ਵਿੱਚ ਰਹਿੰਦਾ, ਜਿਹਨੇ ਆਪਣਾ ਆਪ ਸਮਰਪਣ ਕਰ ਦਿੱਤਾ ਸਤਿਗੁਰੂ ਨੂੰ। ਸੋ ਉਦੋਂ ਫਿਰ ਕਹਿੰਦੇ ਵੀ ਇਹ ਸੇਵਕ। ਤੇ ਸੇਵਕ ਨੂੰ ਸੇਵਾ ਬਣਾਈ। ਬਈ ਜਦੋਂ ਅਸੀਂ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਂਦੇ, ਜਿਵੇਂ ਸੇਵਕ ਹੁੰਦਾ ਨਾ, ਉਹ ਮਾਲਕ ਦੇ ਚਰਨ ਘੁੱਟਦਾ, ਇਸੇ ਤਰ੍ਹਾਂ ਹੀ ਜਦੋਂ ਅਸੀਂ ਸੇਵਕ ਬਣਦੇ, ਅਸੀਂ ਮਾਲਕ ਦੇ, ਅਸੀਂ ਚਰਨਾਂ ਦੀ ਸੇਵਾ ਕਰਨੀ, ਉਹਦੇ ਚਰਨਾਂ ਦੇ ਨਾਲ ਜੁੜਨਾ। ਚਰਨ ਕੀ ਨੇ? ਮਾਲਕ ਦੇ ਨਾਮ। ਚਿੱਤ ਚਰਨ ਨਾਮ। ਹੁਣ ਜਦੋਂ ਅਸੀਂ ਮਾਲਕ ਦੇ ਚਰਨਾਂ ਦੇ ਨਾਲ ਜੁੜਾਂਗੇ, ਉਹਦੀ ਸੇਵਾ ਕਰਾਂਗੇ, ਉਦੋਂ ਕਹਿੰਦੇ ਵੀ ਇਹ ਸੇਵਕ ਨੇ। ਹੁਣ ਇਹ ਪਰਮ ਪਦਵੀ ਜਿਹੜੀ ਇਹਨਾਂ ਨੂੰ ਪ੍ਰਾਪਤ ਹੋ ਜਾਏਗੀ, ਇਹ ਸਦਾ ਲਈ ਅਮਰ ਹੋ ਜਾਣਗੇ। ਮਹਾਰਾਜ ਇਸ ਅਵਸਥਾ 'ਚ ਫਰਮਾਉਂਦੇ, ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਬਈ ਉਹ ਸੇਵਕ ਨੇ ਜਿਨ੍ਹਾਂ ਨੂੰ ਇਹ ਸੇਵਾ ਬਣਾਈ, ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ, ਜਿਹੜੇ ਮਾਲਕ ਦੇ ਚਰਨਾਂ ਦੇ ਨਾਲ ਜੁੜ ਗਏ, ਉਹਨਾਂ ਨੂੰ ਫਿਰ ਪਰਮ ਪਦ ਵੀ, ਉਹਨਾਂ ਨੂੰ ਅਮਰ ਪਦ ਵੀ ਪ੍ਰਾਪਤ ਹੋ ਜਾਂਦੀ। ਉਹ ਸਦਾ ਲਈ ਅਮਰ ਹੋ ਜਾਂਦੀ। ਸੋ ਇਸ ਵਾਸਤੇ ਜਿਹੜੀ ਸੇਵਾ, ਜਿਹੜਾ ਸੁੱਖ ਮਾਲਕ ਦੀ ਸੇਵਾ ਦੇ ਵਿੱਚ, ਉਹ ਸੁੱਖ ਸੰਸਾਰ ਦੇ ਰਾਜ ਭਾਗ ਦੇ ਵਿੱਚ ਹੁੰਦੀ ਹੈ। ਮਹਾਰਾਜ ਤਾਈਓ ਕਹਿੰਦੇ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨ ਲਹੀਏ। ਵੀ ਜਿਹੜਾ ਸੁੱਖ ਮਾਲਕ ਦੇ ਸੇਵਕ ਬਣ ਕੇ, ਜਿਹੜਾ ਸੁੱਖ, ਜਿਹੜਾ ਆਨੰਦ ਉਹਦੀ ਚਾਕਰੀ ਕਰਕੇ ਸੰਸਾਰ ਦਾ ਜੇ ਰਾਜ ਭਾਗ ਵੀ ਮਿਲ ਜੇ, ਤੇ ਉਹਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ। ਜਿਹੜਾ ਸੁੱਖ ਮਾਲਕ ਦੀ ਸੇਵਾ ਕਰਕੇ। ਤੇ ਤਾਈਓ ਫਿਰ ਗੁਰਮੁਖਾਂ ਨੇ ਆਖਿਆ ਵੀ ਸਾਨੂੰ ਰਾਜ ਦੀ ਲੋੜ ਨਹੀਂ, ਸਾਨੂੰ ਮੁਕਤੀ ਦੀ ਵੀ ਲੋੜ ਨਹੀਂ। ਵੀ ਅਸੀਂ ਤੇਰੇ ਚਰਨਾਂ ਦੀ ਪ੍ਰੀਤ ਚਾਹੁੰਦੇ ਹਾਂ, ਅਸੀਂ ਸਦਾ ਤੇਰੇ ਚਰਨਾਂ ਦੇ ਵਿੱਚ ਨਿਵਾਸ ਚਾਹੁੰਦੇ ਹਾਂ। ਮਹਾਰਾਜ ਫਰਮਾਉਂਦੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਂ ਰੇ। ਮਾਲਕ ਦੇ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ, ਇਹ ਗੁਰਮੁਖਾਂ ਦੀ ਮੰਗ ਹੁੰਦੀ ਮਾਲਕ ਨੂੰ। ਤੇ ਮਾਲਕ ਫਿਰ ਸਾਡੀ ਇੱਛਾ ਇਹ ਪੂਰੀ ਕਰ ਦਿੰਦਾ, ਕਿਉਂਕਿ ਜਿੱਦਾਂ ਦੀ ਸਾਡੇ ਮਨ ਦੀ ਭੁੱਖ ਹੁੰਦੀ, ਉੱਦਾਂ ਦੀ ਸਾਡੇ ਮਨ ਦੀ ਪੂਰਤੀ ਕਰ ਦਿੰਦੇ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਬਈ ਮਾਲਕ ਜਿੱਦਾਂ ਦੀ ਸਾਡੇ ਮਨ ਦੀ ਭੁੱਖ ਹੈ, ਜਿੱਦਾਂ ਦੀ ਅਸੀਂ ਇੱਛਾ ਰੱਖ ਕੇ ਉਹਨੂੰ ਸਿਮਰਦੇ, ਉਹ ਉੱਦਾਂ ਦੀ ਸਾਡੀ ਭਾਵਨਾ, ਉੱਦਾਂ ਦਾ ਸਾਨੂੰ ਫਲ ਮਿਲ ਜਾਂਦਾ।
ਜੇ ਹੁਣ ਅਸੀਂ ਇਹ ਇੱਛਾ ਰੱਖਾਂਗੇ ਵੀ ਅਸੀਂ ਤੇਰੇ ਚਰਨਾਂ ਨਾਲ ਜੁੜਨਾ ਚਾਹੁੰਦੇ, ਅਸੀਂ ਤੈਨੂੰ ਮਿਲਣਾ ਚਾਹੁੰਦੇ, ਤੇ ਫਿਰ ਮਾਲਕ ਸਾਨੂੰ ਮਿਲ ਪੈਂਦਾ। ਮਹਾਰਾਜ ਕਹਿੰਦੇ ਨਾਨਕ ਪਿਆਸ ਲੱਗੀ ਦਰਸ਼ਨ ਕੀ, ਪਰਾ ਮਿਲਿਆ ਅੰਤਰਜਾਮੀ। ਬਈ ਉਹ ਅੰਤਰਜਾਮੀ ਹੈ, ਉਹ ਸਾਡੇ ਅੰਦਰ ਦੀ ਜਾਣਤ। ਜੇ ਅਸੀਂ ਸਿਮਰਨ ਕਰ ਰਹੇ ਹਾਂ, ਉਹਨੂੰ ਪਤਾ ਵੀ ਕਾਹਦੇ ਵਾਸਤੇ ਕਰਦੇ, ਵੀ ਇਹਨਾਂ ਦਾ ਕੋਈ ਸੰਸਾਰੀ ਮਕਸਦ ਦੇ ਵਿੱਚ ਸਵਾਰਥ ਹੈ ਕਿ ਜਾਂ ਮੈਨੂੰ ਮਿਲਣ ਵਾਸਤੇ ਕਰਦੇ ਨੇ। ਜੇ ਅਸੀਂ ਸੰਗਤ ਕਰਦੇ ਹਾਂ, ਉਹ ਸਭ ਜਾਣਤ, ਉਹ ਸਾਡੇ ਅੰਦਰ ਦੀ ਜਾਣਦਾ। ਮਹਾਰਾਜ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਵੀ ਉਹ ਸਾਨੂੰ ਸਾਰਿਆਂ ਨੂੰ ਬੜਾ ਚੰਗੀ ਤਰ੍ਹਾਂ ਜਾਣਦਾ। ਜੇ ਹੁਣ ਅਸੀਂ ਕੋਈ ਸਵਾਰਥ ਨਹੀਂ ਰੱਖਦੇ ਤੇ ਉਹਨੂੰ ਤਾਂ ਵੀ ਪਤਾ ਵੀ ਇਹ ਬਿਨਾਂ ਸਵਾਰਥ ਤੋਂ ਮੈਨੂੰ ਸਿਮਰਦੇ ਨੇ। ਜਦੋਂ ਅਸੀਂ ਬਿਨਾਂ ਸਵਾਰਥ ਤੋਂ ਉਹਨੂੰ ਸਿਮਰਾਂਗੇ, ਫਿਰ ਉਹ ਸਾਨੂੰ ਇੰਨਾ ਦਿੰਦਾ ਹੈ ਬਈ ਅਸੀਂ ਲੈਂਦੇ ਥੱਕ ਜਾਂਦੇ, ਪਰ ਉਹ ਦਿੰਦਾ ਨਹੀਂ ਥੱਕਦਾ। ਸੋ ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਆ ਆਪਾਂ ਨੂੰ ਬਈ ਮਾਲਕ ਪਰਮਾਤਮਾ, ਉਹ ਤੋਂ ਸਾਨੂੰ ਮੰਗਣ ਦੀ ਵੀ ਲੋੜ ਨਹੀਂ ਹੈ, ਉਹ ਬਿਨਾਂ ਬੋਲਿਆਂ ਤੋਂ ਹੀ ਜਾਣਦਾ। ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀਜੇ ਅਰਦਾਸ। ਬਈ ਜੇ ਉਹ ਦੇਣ ਦੀ ਸਮਰੱਥਾ ਰੱਖਦਾ ਹੈ ਸਭ ਕੁਛ, ਤੇ ਉਹ ਇਹ ਜਾਣਨ ਦੀ ਵੀ ਸਮਰੱਥਾ ਰੱਖਦਾ ਹੈ ਵੀ ਮੇਰੇ ਬੱਚਿਆਂ ਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਦੋਂ ਲੋੜ ਹੈ। ਉਹ ਸਮੇਂ ਸਮੇਂ ਮੁਤਾਬਕ ਸਾਡੇ ਮਨ ਦੀਆਂ, ਸਾਡੇ ਤਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ। ਜਿੰਨੀ ਸਾਨੂੰ ਲੋੜ ਹੈ ਉਹਨਾਂ ਤਾਂ ਉਹ ਸਾਨੂੰ ਦਿੰਦਾ ਹੀ ਦਿੰਦਾ। ਪਰ ਜਦੋਂ ਜੀਵ ਲੋਭ ਵੱਸ ਹੋ ਜਾਂਦਾ, ਲੋਭ ਨੂੰ ਸਵਾਨ ਕਹਿੰਦੇ। ਜਿਵੇਂ ਜੀਵ ਆਪਾਂ ਦੇਖਦੇ ਹਾਂ ਵੀ ਕੁੱਕਰ ਹੁੰਦਾ ਕੋਤਾ, ਉਹ ਹਲਕ ਜਾਂਦਾ। ਜਦੋਂ ਉਹਨੂੰ ਹਲਕਾ ਚੜ੍ਹਦਾ, ਉਹ ਫਿਰ ਇੱਕ ਥਾਂ 'ਤੇ ਰੁਕਦਾ, ਉਹ ਭੱਜਿਆ ਫਿਰਦਾ। ਅਤੇ ਜਿਹੜਾ ਉਹਦੇ ਸਾਹਮਣੇ ਆ ਜਾਂਦਾ, ਉਹਨੂੰ ਹੀ ਵੱਢ ਦਿੰਦਾ, ਚਾਹੇ ਉਹਦਾ ਕੋਈ ਆਪਣਾ ਹੈ, ਚਾਹੇ ਕੋਈ ਪਰਾਇਆ ਹੈ। ਹੁਣ ਉਹੀਓ ਅਵਸਥਾ ਸਤਿਗੁਰੂ ਦੱਸਦੇ ਬਈ ਜਿਨ੍ਹਾਂ ਦੇ ਅੰਦਰ ਇਹ ਲੋਭ ਲਹਿਰ ਪ੍ਰਗਟ ਹੋ ਗਈ, ਉਹਨਾਂ ਨੂੰ ਫਿਰ ਇਹ ਆਪਣੇ ਪਰਾਏ ਦੀ ਵੀ ਕੋਈ ਲਿਹਾਜ਼ ਨਹੀਂ ਰਹਿੰਦੀ। ਜਿਹੜਾ ਸਾਹਮਣੇ ਆਉਂਦਾ ਉਹਦਾ ਹੀ ਹੱਕ ਮਾਰਨਾ ਚਾਹੁੰਦਾ। ਉਹ ਚਾਹੁੰਦਾ ਵੀ ਮੈਂ ਵੱਧ ਤੋਂ ਵੱਧ ਇਕੱਠਾ ਕਰ ਲਾਂ, ਇੱਧਰੋਂ ਵੀ ਕਰ ਲਾਂ, ਉੱਧਰੋਂ ਵੀ ਕਰ ਲਾਂ, ਸਾਰਿਆਂ ਤੋਂ ਕਿਸੇ ਕੋਲ ਹੋਰ ਨਾ, ਮੇਰੇ ਕੋਲ ਹੀ ਹੋ ਜੇ। ਉਹਨੂੰ ਫਿਰ ਮਹਾਰਾਜ ਕਹਿੰਦੇ ਜਿਉਂ ਕੂਕਰ ਹਲਕਾਇਆ ਧਾਵੇ, ਦੈ ਦਿਸ ਜਾਏ ਲੋਭੀ ਜੰਤ ਨ ਜਾਣਨੀ, ਭਖ ਭਖ ਸਭ ਖਾਏ। ਬਈ ਉਹਨਾਂ ਦੇ ਅੰਦਰ ਉਹ ਲੋਭ ਲਹਿਰ ਸੀ ਜਿਹੜੀ ਉਹ ਪ੍ਰਗਟ ਹੋ ਗਈ, ਉਹਨਾਂ ਨੂੰ ਹਲਕ ਚੜ੍ਹ ਗਿਆ। ਹੁਣ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਇਹ ਸਵਾਨ ਲੋਭ ਲੱਗ ਗਿਆ, ਉਹਨਾਂ ਨੂੰ ਫਿਰ ਮਾਲਕ ਚੇਤੇ ਨਹੀਂ ਆਉਂਦਾ। ਲੋਭ ਸਮਾਨ ਜਿੰਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੀਰਾ। ਫਿਰ ਉਹ ਲੋਭ ਦੇ ਵਿੱਚ ਪਏ ਹੋਏ ਉਹ ਹੋਰ ਦੀ ਹੋਰ ਗਾਂਹ ਦੀਆਂ ਮੰਗੀ ਜਾਂਦੇ ਵੀ ਆਹ ਵੀ ਹੋ ਜੇ, ਆਹ ਵੀ ਹੋ ਜੇ। ਉਹਨਾਂ ਨੂੰ ਸਬਰ ਸੰਤੋਖ ਆਉਂਦਾ ਹੀ ਨਹੀਂ। ਸੋ ਉਦੋਂ ਫਿਰ ਮਹਾਰਾਜ ਕਹਿੰਦੇ ਵੀ ਇਹ ਬਿੱਖ ਜ਼ਹਿਰ ਹੈ ਜਿਹੜੀ ਤੁਸੀਂ ਇਕੱਠੀ ਕਰ ਰਹੇ ਹੋ, ਜਿਹੜੀ ਮੰਗਦੇ ਹੋ, ਵੀ ਇਹ ਜ਼ਹਿਰ ਹੈ, ਜ਼ਹਿਰ ਨੇ ਤੁਹਾਡੇ ਨਾਲ ਨਹੀਂ ਜਾਣਾ। ਜ਼ਹਿਰ ਤੋਂ ਜੇ ਤਾਂ ਅਸੀਂ ਦਵਾਈ ਦੇ ਤੌਰ 'ਤੇ ਕੰਮ ਲਈਏ ਤਾਂ ਉਹ ਜ਼ਹਿਰ ਦਵਾਈ ਵੀ ਹੈ। ਉਹ ਜੇ ਅਸੀਂ ਉਹ ਜ਼ਹਿਰ ਨੂੰ ਵੱਧ ਪੀਵਾਂਗੇ ਤਾਂ ਉਹ ਸਾਡੀ ਜਾਨ ਵੀ ਲੈ ਲੇਗੀ। ਹੁਣ ਇਹ ਇਸੇ ਤਰ੍ਹਾਂ ਹੀ ਮਹਾਰਾਜ ਫਿਰ ਕਹਿੰਦੇ ਵੀ ਜਿੰਨੀ ਲੋੜ ਹੈ ਉਹਨਾਂ ਦਾ ਸਾਨੂੰ ਮਿਲ ਹੀ ਰਿਹਾ। ਜਦੋਂ ਅਸੀਂ ਲੋਭ ਵੱਸ ਹੁੰਦੇ ਫਿਰ ਅਸੀਂ ਹੋਰ ਮੰਗਦੇ ਵੀ ਹੋਰ ਚਾਹੀਦਾ ਜੀ।
ਫਿਰ ਮਹਾਰਾਜ ਕਹਿੰਦੇ ਨੇ, ਸਾਥ ਨ ਚਾਲੇ ਬਿਨ ਭਜਨ, ਵਿਖਿਆ ਸ਼ਗਲੀ ਸਾਰ। ਬਈ ਪਰਮਾਤਮਾ ਦੇ ਭਜਨ ਤੋਂ ਬਿਨਾਂ, ਉਹਦੀ ਬੰਦਗੀ ਤੋਂ ਬਿਨਾਂ ਕੁਝ ਹੋਰ ਸਾਡੇ ਨਾਲ ਜਾਂਦਾ ਨਹੀਂ। ਜਿਹੜਾ ਦਿਨ ਰਾਤ ਜੀਵ ਇਕੱਠਾ ਕਰਨ ਲੱਗਿਆ ਹੋਇਆ, ਇਹ ਵੇਖ ਜ਼ਹਿਰ ਇਕੱਠੀ ਕਰੀ ਜਾਂਦਾ। ਜਿਹੜੀ ਜ਼ਹਿਰ ਇਹ ਸਾਡੀ ਸੁੱਧ ਬੁੱਧ ਮਾਰ ਦਿੰਦੀ। ਜਿੰਨਾ ਜ਼ਿਆਦਾ ਜ਼ਹਿਰ ਇਕੱਠੀ ਕਰਾਂਗੇ ਉਨੀ ਜ਼ਿਆਦਾ ਮੱਤ ਹੋਰ ਮਰ ਜਾਏਗੀ, ਹੋਰ ਅਸ਼ਾਂਤ, ਹੋਰ ਦੁਖੀ ਹੋ ਜਾਣਗੇ। ਇਹੋ ਕਾਰਨ ਹੈ ਸੰਸਾਰ ਦੇ ਵਿੱਚ ਜੀਵ ਦੇ ਕੋਲ ਸਾਰਾ ਕੁਛ ਹੁੰਦੇ ਸੁਣਦੇ ਵੀ ਉਹ ਦੁਖੀ ਹੈ। ਉਹਦੇ ਮਨ ਨੂੰ ਸ਼ਾਂਤੀ ਨਹੀਂ ਹੈ, ਨਾ ਉਹਨਾਂ ਦੇ ਪਰਿਵਾਰਾਂ 'ਚ ਸ਼ਾਂਤੀ, ਨਾ ਉਹਨਾਂ ਦੇ ਘਰ-ਬਾਰ ਦੇ ਵਿੱਚ ਸ਼ਾਂਤੀ। ਲੜਾਈਆਂ ਝਗੜੇ, ਵੈਰ ਵਿਰੋਧ, ਕਲਾ ਕਲੇਸ਼ ਦੁਰਮਤ ਦੀ ਅਗਨ ਦੇ ਵਿੱਚ ਜਲਦੇ ਪਏ ਨੇ, ਸੜਦੇ ਪਏ ਨੇ। ਹੁਣ ਸਤਿਗੁਰੂ ਫਿਰ ਸਮਝਾਉਂਦੇ ਵੀ ਇਹਦਾ ਕਾਰਨ ਕੀ ਹੈ, ਕਿਉਂ ਨਹੀਂ ਸਾਡੇ ਮਨਾਂ ਨੂੰ ਸ਼ਾਂਤੀ ਆਉਂਦੀ। ਉਹਦਾ ਕਾਰਨ ਇਹ ਹੈ ਵੀ ਅਸੀਂ ਗੁਰੂ ਦੀ ਮੱਤ ਨਹੀਂ ਲਈ, ਆਪਦੀ ਮੱਤ ਦੁਆਰਾ ਚੱਲਦੇ। ਜਿਹੜਾ ਜੀਵ ਆਪਦੀ ਮੱਤ ਦੁਆਰਾ ਚੱਲੇਗਾ, ਉਹ ਜਿੰਨਾ ਇਕੱਠਾ ਕਰੀ ਜਾਏਗਾ ਓਨਾ ਹੋਰ ਦੁਖੀ, ਹੋਰ ਅਸ਼ਾਂਤ ਹੁੰਦਾ ਜਾਏਗਾ। ਇਹ ਹੋ ਗਈ ਜਿਹੜਾ ਤ੍ਰਿਸ਼ਨਾ, ਇਹ ਤ੍ਰਿਸ਼ਨਾ ਆਉਂਦੀ ਰਜੋ ਗੁਣ ਦੇ ਵਿੱਚ। ਰਜੋ ਗੁਣ ਨੂੰ ਅਗਨ ਸਾਗਰ ਕਹਿੰਦੇ। ਅੱਗ ਦਾ ਭਰਿਆ ਹੋਇਆ ਸਾਗਰ, ਸਰੋਵਰ। ਹੁਣ ਜਿੰਨਾ ਅਸੀਂ ਅੱਗ ਦੇ ਵਿੱਚ ਸਮਾਨ ਪਾਵਾਂਗੇ, ਉਹ ਉਨੀ ਅੱਗ ਹੋਰ ਬਲੇਗੀ। ਜਿੰਨਾ ਅਸੀਂ ਅੱਗ 'ਚ ਲੱਕੜਾਂ ਸੁੱਟਾਂਗੇ, ਉਹ ਹੋਰ ਲੱਕੜਾਂ, ਉਹਨਾਂ ਹੋਰ ਅੱਗ ਗਾਂਦੀ ਗਾਂ ਬਲਦੀ ਜਾਏਗੀ। ਹੁਣ ਇਸੇ ਤਰ੍ਹਾਂ ਹੀ ਇਹ ਸੰਸਾਰ ਦੇ ਵਿੱਚ ਇਹ ਰਜੋ ਗੁਣ ਅਗਨ ਸਾਗਰ, ਇਹਦੇ ਵਿੱਚ ਇਹ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾ, ਇਹ ਫਿਰ ਲਹਿਰਾਂ ਚੱਲਦੀਆਂ ਨੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਦੇ ਵਿੱਚ ਜਿੰਨਾ ਅਸੀਂ ਜਾਵਾਂਗੇ ਓਨਾ ਇਹ ਅਗਨ ਸਾਨੂੰ ਹੋਰ ਸਾੜੀ ਜਾਏਗੀ, ਅਸੀਂ ਹੋਰ ਦੁਖੀ ਹੁੰਦੇ ਜਾਵਾਂਗੇ। ਹੁਣ ਇਸੇ ਅਗਨ ਦੇ ਵਿੱਚ ਫਿਰ ਦੁਰਮਤੀ ਦੇ ਸਾਰਾ ਜਗਤ ਸੜਦਾ ਪਿਆ। ਦੁਰਮਤ ਅਗਨ ਜਗਤ ਪਰ ਜਾ ਰਹੀ। ਹੁਣ ਇਹ ਅਗਨ ਤੋਂ ਕਿਵੇਂ ਬਚਿਆ ਜਾਵੇ? ਸਤਿਗੁਰ ਕਹਿੰਦੇ ਤੁਸੀਂ ਸ਼ਬਦ ਦੀ ਵਿਚਾਰ ਕਰੋ। ਜੇ ਅਸੀਂ ਸ਼ਬਦ ਦੀ ਨਾਮ ਦੀ ਵਿਚਾਰ ਕਰਾਂਗੇ, ਫਿਰ ਅਸੀਂ ਇਹ ਅਗਨ ਤੋਂ ਬਚ ਸਕਦੇ ਹਾਂ, ਫਿਰ ਅਸੀਂ ਇਹ ਅਗਨ ਤੋਂ ਉੱਪਰ ਉੱਠ ਸਕਦੇ। ਸਤਿਗੁਰੂ ਕਹਿੰਦੇ ਸੋ ਉਭਰੇ ਜੋ ਗੁਰ ਸ਼ਬਦ ਵਿਚਾਰੇ। ਵੀ ਜਿਹੜੇ ਗੁਰਮੁਖ ਸ਼ਬਦ ਦੀ ਵਿਚਾਰ ਕਰਦੇ ਉਹ ਇਹ ਤੋਂ ਉੱਪਰ ਉੱਠ ਜਾਂਦੇ। ਬਾਕੀ ਸਾਰਿਆਂ ਨੂੰ ਮਹਾਰਾਜ ਕਹਿੰਦੇ ਸਾੜਦੀ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੇ ਅਸੀਂ ਇਹ ਅਗਨ ਤੋਂ ਬਚਣਾ ਚਾਹੁੰਦੇ, ਫਿਰ ਉਹਦੇ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ, ਸਾਨੂੰ ਸਿਮਰਨ ਕਰਨਾ ਪੈਣਾ। ਫਿਰ ਅਸੀਂ ਇਹ ਅਗਨ ਤੋਂ ਬਚ ਸਕਦੇ। ਨਹੀਂ ਤਾਂ ਇਹ ਅਗਨ ਸਾਰਿਆਂ ਨੂੰ ਸਾੜਦੀ ਅੰਦਰੋਂ। ਫਿਰ ਉਹ ਆਪਾਂ ਦੇਖਦੇ ਸੰਸਾਰ 'ਚ ਘਰ ਘਰ ਦੇ ਵਿੱਚ ਲੜਾਈਆਂ ਝਗੜੇ, ਕਲਾ ਕਲੇਸ਼, ਵੈਰ ਵਿਰੋਧ। ਉਹਦਾ ਕਾਰਨ ਫਿਰ ਇਹੀ ਹੈ ਵੀ ਜਦੋਂ ਜੀਵ ਗੁਰੂ ਦੀ ਮੱਤ ਨਹੀਂ ਲੈਂਦੇ, ਨਹੀਂ ਸਿਮਰਨ ਕਰਦੇ, ਫਿਰ ਇਹ ਕਲਾ ਕਲੇਸ਼ ਦੇ ਵਿੱਚ ਉਹ ਦੁਖੀ ਹੁੰਦੇ। ਅਤੇ ਮਹਾਰਾਜ ਆਪਾਂ ਨੂੰ ਸਮਝਾਉਂਦੇ ਬਈ ਇਹ ਕਲਾ ਕਲੇਸ਼ ਨੂੰ ਖਤਮ ਕਰਨ ਵਾਸਤੇ ਕੀ ਕਰੋ? ਸਤਿਗੁਰੂ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਬਈ ਸਿਮਰਨ ਅਭਿਆਸ ਕਰਕੇ ਕਲਾ ਕਲੇਸ਼ ਨੂੰ ਖਤਮ ਕਰ ਲਓ, ਮਿਟਾ ਲਓ। ਹੁਣ ਸੰਸਾਰ ਦੇ ਵਿੱਚ ਜੀਵ ਸੁੱਖ ਤਾਂ ਸਾਰੇ ਹੀ ਭਾਲਦੇ। ਕੋਈ ਵੀ ਜੀਵ ਕਿਤੇ ਵੀ ਜਾਂਦਾ ਸੁੱਖ ਹੀ ਮੰਗਦਾ, ਦੁੱਖ ਤਾਂ ਮੰਗਦਾ ਨਹੀਂ। ਹੁਣ ਸਤਿਗੁਰੂ ਕਹਿੰਦੇ
ਸੁਖੀ ਹੋਣ ਵਾਸਤੇ ਸਿਮਰਨ ਕਰਨਾ ਪੈਣਾ। ਉੱਦਾਂ ਗੱਲਾਂ ਬਾਤਾਂ ਨਾਲ ਤਾਂ ਸੁੱਖ ਮਿਲਣਾ ਨਹੀਂ। ਜੇ ਅਸੀਂ ਆਖੀਏ ਵੀ ਸਾਡੇ ਮਨ ਨੂੰ ਸੁੱਖ ਮਿਲੇ, ਉਹਦੇ ਵਾਸਤੇ ਸਾਨੂੰ ਗੁਰੂ ਦਾ ਬਚਨ ਤਾਂ ਕਮਾਉਣਾ ਪਏਗਾ, ਗੁਰੂ ਦਾ ਬਚਨ ਤਾਂ ਮੰਨਣਾ ਹੀ ਪਏਗਾ। ਹੁਣ ਜੇ ਅਸੀਂ ਗੁਰੂ ਦਾ ਬਚਨ ਮੰਨਾਂਗੇ ਅਤੇ ਸਿਮਰਨ ਕਰਾਂਗੇ ਤਾਂ ਅਸੀਂ ਸੁਖੀ ਹੋ ਜਾਵਾਂਗੇ। ਜਿਹੜਾ ਜੀਵ ਹੁਣ ਗੁਰੂ ਦਾ ਬਚਨ ਨਹੀਂ ਕਮਾਉਂਦਾ, ਨਹੀਂ ਮੰਨਦਾ, ਅਤੇ ਉਹ ਤਾਂਹੀਓ ਦੁਖੀ ਹੈ। ਤਾਂਹੀਓ ਫਿਰ ਉਹ ਕਲਾ ਕਲੇਸ਼ ਦੇ ਵਿੱਚ ਦੁਰਮਤ ਦੀ ਅਗਨ 'ਚ ਸੜਦਾ ਹੈ। ਸੋ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਬਚਨ ਕਮਾਵੋ, ਵੀ ਸਿਮਰਨ ਕਰੋ। ਜੇ ਅਸੀਂ ਇਹ ਬਚਨ ਕਮਾਵਾਂਗੇ ਗੁਰੂ ਸਾਹਿਬਾਨਾਂ ਦਾ, ਸੰਤਾਂ ਦਾ, ਫਿਰ ਅਸੀਂ ਇਹ ਸੰਸਾਰ ਸਾਗਰ, ਭਵ ਸਾਗਰ ਤੋਂ ਤਰ ਜਾਵਾਂਗੇ। ਮਹਾਰਾਜ ਤਾਂਹੀਓ ਫਰਮਾਉਂਦੇ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਬਈ ਜੇ ਅਸੀਂ ਬਚਨ ਕਮਾਈਏ ਤਾਂ ਅਸੀਂ ਤਰ ਜਾਂਦੇ। ਹੁਣ ਜੋ ਸਾਨੂੰ ਗੁਰਬਾਣੀ ਗੁਰੂ ਵਿੱਚ ਵਾਰ-ਵਾਰ ਬਚਨ ਕਹਿੰਦੇ ਸਿਮਰਨ ਕਰਨ ਨੂੰ, ਆਪਾਂ ਸਤਿਗੁਰਾਂ ਦਾ ਬਚਨ ਕਮਾਈਏ, ਸਿਮਰਨ ਕਰੀਏ ਤਾਂ ਕਿ ਅਸੀਂ ਭਵ ਸਾਗਰ ਤੋਂ ਪਾਰ ਹੋ ਸਕੀਏ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ ਜਦੋਂ ਇਹ ਆਪਸ ਵਿੱਚ ਮਨ ਕਰਦੇ, ਇਹਦੇ ਨਾਲ ਸਾਡੇ ਮਨ ਨੂੰ ਬਲ ਮਿਲਦਾ, ਸਾਡੇ ਅੰਦਰ ਆਤਮ ਬਲ ਆਉਂਦਾ, ਸਾਡੇ ਮਨ ਨੂੰ ਸ਼ਕਤੀ ਮਿਲਦੀ। ਸਾਡਾ ਜਿਹੜਾ ਮਨ ਡਾਮਾਡੋਲ ਹੋਇਆ ਹੁੰਦਾ ਫਿਰ ਸਥਿਰ ਹੋ ਜਾਂਦਾ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਕਾਲਾ ਕਲੇਸ਼ ਵੈਰ ਵਿਰੋਧ ਉਦੋਂ ਹੀ ਕਰਦਾ ਜਦੋਂ ਮਨ ਕਮਜ਼ੋਰ ਹੋਇਆ ਹੁੰਦਾ। ਜਦੋਂ ਅਸੀਂ ਸਿਮਰਨ ਕਰਾਂਗੇ ਇਹਦੇ ਵਿੱਚ ਬਲ ਆ ਜਾਏਗਾ, ਫਿਰ ਇਹ ਲੜੇਗਾ ਨਹੀਂ, ਫਿਰ ਇਹ ਕਿਸੇ ਨੂੰ ਫਿੱਕੇ ਬੋਲ ਨਹੀਂ ਬੋਲਦਾ, ਫਿਰ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ, ਕਿਸੇ ਨਾਲ ਈਰਖਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਇਹ ਕਮਜ਼ੋਰ ਚਿੱਤ ਦੇ ਲੱਛਣ ਨੇ। ਜਿਹੜਾ ਇਹ ਵੈਰ ਵਿਰੋਧ ਹੁੰਦਾ, ਹਉਮੈ ਹੰਕਾਰ, ਈਰਖਾ, ਨਫ਼ਰਤ, ਨਿੰਦਿਆ, ਚੁਗਲੀ, ਇਹ ਜਿਹੜਾ ਮਨ ਕਮਜ਼ੋਰ ਹੈ ਉਹ ਚਿੱਤ ਦੇ ਲੱਛਣ ਨੇ। ਨਿੱਕੀ ਨਿੱਕੀ ਗੱਲ 'ਤੇ ਗੁੱਸਾ ਚੜ੍ਹਨਾ, ਚਿੰਤਾ ਫਿਕਰਾਂ 'ਚ ਜਾਣਾ, ਇਹ ਕਮਜ਼ੋਰ ਚਿੱਤ ਦੇ ਲੱਛਣ। ਹੁਣ ਜਦੋਂ ਆਪਾਂ ਸਿਮਰਨ ਕਰਾਂਗੇ ਸਾਡੇ ਮਨ ਦੇ ਵਿੱਚ ਆਤਮ ਬਲ ਆਏਗਾ, ਫਿਰ ਇਹ ਛੋਟੀ ਛੋਟੀ ਗੱਲ 'ਤੇ ਚਿੰਤਾ ਨਹੀਂ ਕਰਦਾ, ਫਿਰ ਇਹ ਫਿਕਰ ਨਹੀਂ ਕਰਦਾ, ਫਿਰ ਇਹ ਵੈਰ ਵਿਰੋਧ 'ਚ ਨਹੀਂ ਜਾਂਦਾ। ਇਹੋ ਕਾਲਾ ਕਲੇਸ਼ ਵਿਚਾਰੀ ਅਤੇ ਵਿਚਾਰਾਂ ਤੋਂ ਅਸੀਂ ਸਿਮਰਨ ਕਰਕੇ ਮਨ ਨੂੰ ਉਠਾ ਲੈਣਾ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ ਵੀ ਤਾਂ ਕਿ ਸਾਡੇ ਮਨ ਨੂੰ ਇਹ ਆਤਮ ਬਲ ਮਿਲੇ। ਅਸੀਂ ਮਨ ਨੂੰ ਆਸਰਾ ਦੇਣਾ ਇਹ ਸ਼ਬਦ ਦਾ। ਜਿਵੇਂ ਮਹਾਰਾਜ ਕਹਿੰਦੇ ਵੀ ਮੰਦਰ ਹੈ, ਘਰ ਬਣਾਉਂਦੇ, ਥੱਲੇ ਥੰਮ ਦਾ ਆਸਰਾ ਦੇ ਦਿੰਦੇ, ਇਸੇ ਤਰ੍ਹਾਂ ਹੀ ਹੁਣ ਮਨ ਨੂੰ ਇਹ ਸ਼ਬਦ ਦਾ ਆਸਰਾ ਦਾ। ਜਿਉ ਮੰਦਰ ਕੋ ਥਾਮੇ ਥੰਮਣ ਤੇ ਗੁਰ ਕਾ ਸ਼ਬਦ ਮਨੇ ਅਸਥਾਮਣ। ਸਿਮਰਨ ਅਭਿਆਸ ਗੁਰਬਾਣੀ ਗੁਰੂ ਸ਼ਬਦ ਆਸਰਾ। ਇਹ ਜਦੋਂ ਅਸੀਂ ਮਨ ਨੂੰ ਦੇਵਾਂਗੇ ਫਿਰ ਇਹ ਡਿੱਗਿਆ ਹੋਇਆ ਮਨ ਵੀ ਖੜਾ ਹੋ ਜਾਂਦਾ। ਸੋ ਇਹੋ ਕਾਰਨ ਸੀ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਕੋਈ ਜੀਵ ਸੰਸਾਰ 'ਚੋਂ ਜਾਂਦਾ, ਦੇਹ ਛੱਡਦਾ, ਹੁਣ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਉਹਨਾਂ ਨੂੰ ਤਾਂ ਦੁੱਖ ਹੁੰਦਾ ਹੀ, ਕਿਉਂਕਿ ਜਿਹੜਾ ਆਪਣਾ ਪਿਆਰ ਪਿਆ ਹੁੰਦਾ ਉਹ ਇੱਕ ਵਾਰ ਮਨ ਬਹੁਤ ਵਿਚਾਰਾਂ 'ਚ ਚਲਾ ਜਾਂਦਾ। ਹੁਣ ਜੇ ਆਪਾਂ ਸਿਮਰਨ ਕਰਾਂਗੇ, ਗੁਰਬਾਣੀ ਗੁਰੂ ਦੀ ਵਿਚਾਰ ਕਰਾਂਗੇ ਤਾਂ ਡਿੱਗਿਆ ਹੋਇਆ ਮਨ ਵੀ ਫਿਰ ਉੱਪਰ ਆ ਜਾਂਦਾ, ਫਿਰ ਉਹਦੇ ਵਿੱਚ ਆਤਮ ਬਲ ਆ ਜਾਂਦਾ। ਇਸ ਵਾਸਤੇ ਫਿਰ ਜਦੋਂ ਕੋਈ ਜੀਵ ਜਾਂਦਾ ਤਾਂਹੀਓ ਆਪਾਂ ਗੁਰੂ ਸਾਹਿਬ ਘਰ ਦੇ ਵਿੱਚ ਲੈ ਕੇ ਆਉਂਦੇ ਹਾਂ ਵੀ ਤਾਂ ਕਿ ਹੋਰ ਸੰਸਾਰ ਦੀਆਂ ਗੱਲਾਂ ਨਾ ਹੋਣ, ਵੀ ਗੁਰਬਾਣੀ ਦਾ ਪ੍ਰਵਾਹ ਚੱਲੇ। ਪਰ ਹੁਣ ਜਿਹੜਾ ਸਮਾਂ ਉਹ ਬਦਲ ਗਿਆ, ਵੀ ਜੀਵ ਸੰਸਾਰ ਦੀਆਂ ਗੱਲਾਂ ਜ਼ਿਆਦਾ ਕਰਦੇ, ਗੁਰਬਾਣੀ ਗੁਰੂ ਦੀ ਵਿਚਾਰ ਘੱਟ ਕਰਦੇ ਨਹੀਂ ਹੁੰਦੀ। ਉਹ ਜਦੋਂ ਸੰਸਾਰ ਦੀਆਂ ਵਿਚਾਰਾਂ ਕਰਾਂਗੇ ਤਾਂ ਉਹ ਮਨ ਹੋਰ ਦੁਖੀ, ਹੋਰ ਅਸ਼ਾਂਤ ਹੋਈ ਜਾਏਗਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਤਾਂ ਸਤਿਗੁਰਾਂ ਨੇ ਇਹੋ ਸਮਝਾਇਆ ਵੀ ਆਪਾਂ ਸ਼ਬਦ ਦੀ ਵਿਚਾਰ ਕਰਨੀ ਅਤੇ ਸਿਮਰਨ ਕਰਨਾ। ਹੁਣ ਕੱਲ੍ਹ ਤੋਂ ਜਿਹੜਾ ਆਪਾਂ ਸਿਮਰਨ ਭਾਈ ਹਰਦੀਪ ਸਿੰਘ ਹੈਪੀ, ਜੋ ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਕੱਲ੍ਹ ਉਹਨਾਂ ਦਾ
ਜੋ ਬੇਟਾ ਸੀ ਵੀ ਉਹ ਦੇ ਛੱਡ ਗਿਆ। ਹੁਣ ਕੱਲ੍ਹ ਨੂੰ ਉਹਨਾਂ ਦੇ ਮਹਾਰਾਜ ਦਾ ਸਰੂਪ ਵੀ ਸਹਿਜ ਪਾਠ ਆਰੰਭ ਹੋਣਗੇ ਅਤੇ ਕੱਲ੍ਹ ਤੋਂ ਆਪਾਂ ਉਹਨਾਂ ਦੇ ਗ੍ਰਹਿ ਵਿਖੇ ਸਿਮਰਨ ਕਰਿਆ ਕਰਾਂਗੇ। ਜਿੰਨੇ ਦਿਨ ਭੋਗ ਨਹੀਂ ਪੈਂਦਾ ਅਤੇ ਆਪਾਂ ਸਾਰਾ, ਕਿਉਂਕਿ ਪਰਿਵਾਰ ਹੈ, ਉਹਨਾਂ ਦੇ ਮਾਤਾ ਜੀ ਆਉਂਦੇ ਸੀ ਆਪਣੀ ਸੰਗਤ 'ਚ, ਅਤੇ ਸੰਗਤ ਇਹ ਆਪਣਾ ਪਰਿਵਾਰ ਹੈ। ਜਦੋਂ ਕੋਈ ਜੀਵ ਜਾਂਦਾ ਆਪਾਂ ਫਿਰ ਇਹੀਓ ਕਰ ਸਕਦੇ ਅਤੇ ਇਹੀਓ ਸਹਾਈ ਹੁੰਦਾ, ਹੋਰ ਤਾਂ ਕੁਛ ਸੰਸਾਰ ਦਾ ਇੱਥੋਂ ਜਾਂਦਾ ਹੀ ਨਹੀਂ ਨਾਲ। ਨਾ ਜਾਣ ਜਿਹੜਾ ਜੀਵ ਚਲਾ ਗਿਆ ਉਹਦੇ ਨਾਲ ਕੁਛ ਜਾਂਦਾ, ਨਾ ਮਗਰੋਂ ਆਪਾਂ ਕੁਛ ਹੋਰ ਸੰਸਾਰ ਦੀ ਵਸਤੂ ਉੱਥੇ ਭੇਜ ਸਕਦੇ। ਸਿਰਫ ਇਹੀ ਹੈ ਵੀ ਜਦੋਂ ਆਪਾਂ ਸਿਮਰਨ ਕਰਾਂਗੇ ਆਪਾਂ ਨੂੰ ਵੀ ਲਾਹਾ ਹੋਏਗਾ, ਅਤੇ ਜਦੋਂ ਉਹ ਪਰਿਵਾਰ ਦੇ ਮੈਂਬਰ ਸੁਣਨਗੇ ਅਤੇ ਉਹਨਾਂ ਨੂੰ ਵੀ ਲਾਹਾ ਹੋਏਗਾ। ਇੱਕ ਤਾਂ ਉਹਨਾਂ ਦਾ ਡਿੱਗਿਆ ਹੋਇਆ ਮਨ, ਉਹਦੇ 'ਚ ਬਾਲਾ ਇੱਕ। ਫਿਰ ਜਿਹੜਾ ਜੀਵ ਚਲਾ ਗਿਆ, ਜਦੋਂ ਆਪਾਂ ਉਹਦੀ ਯਾਦ ਦੇ ਵਿੱਚ ਸਿਮਰਨ ਕਰਦੇ ਹਾਂ ਅਤੇ ਫਿਰ ਉਹਨੂੰ ਲਾਹਾ ਹੁੰਦਾ, ਉਹਨੂੰ ਬਹੁਤ ਲਾਭ ਹੁੰਦਾ। ਜਦੋਂ ਪਰਿਵਾਰ ਦੇ ਮੈਂਬਰ ਸਿਮਰਨ ਕਰਨਗੇ, ਕਿਉਂਕਿ ਉਹਨਾਂ ਦਾ ਮਨ ਤਾਂ ਵਿਰਾਗੀ ਹੋਇਆ ਹੀ ਹੁੰਦਾ, ਉਹ ਫਿਰ ਉਹਨੂੰ ਲਾਹਾ ਹੁੰਦਾ ਅੱਗੇ ਜੀਵ ਨੂੰ ਜਿਹੜਾ ਚਲਾ ਗਿਆ, ਵੀ ਉਹਦੇ ਮਨ ਨੂੰ ਸ਼ਾਂਤੀ ਮਿਲੇਗੀ, ਉਹਨੂੰ ਸੁੱਖ ਮਿਲੇਗਾ। ਜੇ ਜੀ ਵਿਰਾਗ ਕਰਦੇ ਰੋਂਦੇ ਅਤੇ ਫਿਰ ਉਹਨੂੰ ਦੁੱਖ ਮਿਲਦਾ, ਕਿਉਂਕਿ ਜਦੋਂ ਚਲਾ ਗਿਆ ਉਹਨੂੰ ਨਹੀਂ ਪਤਾ ਵੀ ਮੈਨੂੰ ਕੌਣ ਦੁੱਖ ਦੇ ਰਿਹਾ ਜਾਂ ਕੌਣ ਸੁੱਖ ਦੇ ਰਿਹਾ। ਸਿਰਫ ਸਾਡੀ ਜਿਹੜੀ ਸੁਰਤੀ ਜਦੋਂ ਅਸੀਂ ਵਿਰਾਗ ਕਰਦੇ ਹਾਂ ਉਹ ਫਿਰ ਧਿਆਨ ਦਾ ਖੇਲ ਹੈ ਸਾਰਾ, ਧਿਆਨ ਦੁਆਰਾ ਫਿਰ ਇਹ ਪਹੁੰਚਦਾ ਸਾਰਾ ਕੁਛ। ਜੇ ਅਸੀਂ ਕਿਸੇ ਨੂੰ ਚੇਤੇ ਕਰਕੇ ਰੋਈ ਜਾਵਾਂਗੇ ਅਤੇ ਅਸੀਂ ਉਹਨੂੰ ਦੁਖੀ ਕਰ ਦਾਂਗੇ, ਉਹ ਜਿੱਥੇ ਵੀ ਹੋਏਗਾ ਉਹਦਾ ਮਨ ਅਸ਼ਾਂਤ ਹੋ ਜਾਏਗਾ, ਬਹੁਤ ਦੁਖੀ ਹੋਏਗਾ। ਉਹਨੂੰ ਨਹੀਂ ਪਤਾ ਲੱਗੇਗਾ ਵੀ ਮੈਂ ਕਿਉਂ ਦੁਖੀ ਹੋ ਰਿਹਾ, ਉਹ ਭੱਜੇਗਾ ਸਾਰੇ ਪਾਸਿਆਂ ਨੂੰ, ਕਿਉਂਕਿ ਉਹਦਾ ਮਨ ਅਸ਼ਾਂਤ ਹੋ ਗਿਆ। ਜੇ ਹੁਣ ਸਿਮਰਨ ਕਰਾਂਗੇ ਅਤੇ ਉਹ ਜਿੱਥੇ ਵੀ ਹੋਏਗਾ ਉਹਦੇ ਮਨ ਨੂੰ ਸ਼ਾਂਤੀ ਆਏਗੀ, ਉਹਦਾ ਮਨ ਸੁਖੀ ਹੋ ਜਾਏਗਾ। ਸੋ ਇਸ ਵਾਸਤੇ ਫਿਰ ਸਤਿਗੁਰਾਂ ਨੇ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਾਰੀ ਇਹ ਜੀਵਨ ਦੀ ਜਾਂਚ ਦੱਸੀ ਅਤੇ ਇਹ ਭੇਦ ਦਿੱਤਾ ਵੀ ਕਿਵੇਂ ਅਸੀਂ ਇਸ ਲੋਕ 'ਚ ਆਉਂਦੇ ਹਾਂ ਅਤੇ ਫਿਰ ਕਿਵੇਂ ਜੀਵ ਦੇਹ ਛੱਡ ਕੇ ਕਿੱਥੇ ਜਾਂਦਾ, ਅਤੇ ਫਿਰ ਕਿਹੜੀ ਚੀਜ਼ ਜਿਹੜੀ ਉਹਦੇ ਨਾਲ ਜਾਂਦੀ, ਉਹ ਫਿਰ ਆਪਾਂ ਹੁਣ ਵਿਚਾਰ ਕਰਿਆ ਕਰਾਂਗੇ, ਨਾਲੇ ਸਿਮਰਨ ਕਰਿਆ ਕਰਾਂਗੇ। ਸੋ ਸਾਰੀ ਸੰਗਤ ਨੇ ਇਸੇ ਸਮੇਂ ਹੀ ਆਪਾਂ ਜਿਹੜਾ ਗੁਰੂ ਘਰ ਆਉਂਦੇ ਹਾਂ ਉਹਨਾਂ ਦੇ ਗ੍ਰਹਿ ਵਿਖੇ ਗੁਰਮੁਖਾਂ ਦੀ ਸਾਰਿਆਂ ਨੇ ਆਪਾਂ ਅਭਿਆਸ ਕਰਿਆ ਕਰਨਾ ਕੱਲ੍ਹ ਤੋਂ। ਸੋ ਇਹੋ ਹੁਣ ਆਪਾਂ ਨੂੰ ਲਾਹਾ ਹੈ, ਆਪਾਂ ਆਪ ਵੀ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਇਹ ਸੰਗਤ ਕਰਨੀ ਵੀ ਤਾਂ ਕਿ ਅਸੀਂ ਆਪਦੇ ਜੀਵਨ ਦਾ ਲਾਹਾ ਖੱਟੀਏ। ਅਤੇ ਇਹ ਜਿਹੜਾ ਮਹੀਨਾ ਮਾਘ ਦਾ ਜਿਵੇਂ ਇਹਦੇ ਵਿੱਚ ਦਾਨ ਕਰਨਾ, ਇਹੋ ਸਭ ਤੋਂ ਵੱਡਾ ਦਾਨ ਹੈ। ਕਿਸੇ ਜੀਵ ਨੂੰ ਸਿਮਰਨ ਕਰਾਉਣਾ, ਕਿਸੇ ਨੂੰ ਮਾਲਕ ਦੀ ਵਿਚਾਰ ਸੁਣਾਉਣੀ, ਇਹ ਤੋਂ ਵੱਡਾ ਹੋਰ ਕੋਈ ਦਾਨ ਨਹੀਂ। ਇਹ ਕੀਤਾ ਹੋਇਆ ਦਾਨ ਮਾਲਕ ਦੇ ਘਰ ਦੇ ਵਿੱਚ ਪ੍ਰਵਾਨ ਹੈ, ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਪ੍ਰਵਾਨ ਹੈ। ਜਿਹਨੂੰ ਮਹਾਰਾਜ ਕਹਿੰਦੇ 8 ਤੀਰਥ ਸਗਲ ਪੁੰਨ ਜੀ ਦੇ ਆ ਪ੍ਰਵਾਨ, ਵੀ ਤੁਸੀਂ ਉਹ ਜੀਵ 'ਤੇ ਦਇਆ ਕੀਤੀ, ਬਈ ਉਹਨੂੰ ਤੁਸੀਂ ਭੁੱਲੇ ਹੋਏ ਨੂੰ ਸਮਝਾਇਆ, ਕਿਸੇ ਨੂੰ ਡਿੱਗੇ ਹੋਏ ਨੂੰ ਤੁਸੀਂ ਫੇਰ ਖੜ੍ਹਾ ਕਰ ਦਿੱਤਾ, ਵੀ ਇਹ ਸਭ ਤੋਂ ਵੱਡਾ ਪਰਉਪਕਾਰ ਹੈ, ਸਭ ਤੋਂ ਵੱਡਾ ਦਾਨ ਹੈ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸੰਗਤ ਕਰਨੀ ਅਤੇ ਨਾਲ ਨਾਲ ਇਹ ਦਾਨ ਵੀ ਕਰਨਾ, ਵੀ ਜਿੰਨਾ ਕੁ ਆਪਾਂ ਨੂੰ ਸਮਝ ਲੱਗਦੀ ਉਹਨਾਂ ਕੁ ਆਪਾਂ ਅੱਗੇ ਦੱਸੀ ਜਾਣਾ। ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਮਨ ਨੂੰ ਵੀ ਸੋਝੀ ਆ ਜੇ, ਭੇਦ ਆ ਜੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਹਾਂ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿ